ਧੰਨ ਵਾਹਿਗੁਰੂ ਸਾਹਿਬ ਜੀਓ। ਉਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲਾਗੈ ਜਾਂ ਐਸੇ ਬੁਝਿਆ। ਰਾਖ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰਜਾਮੀ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਸਾਮਦੀ, ਨੂਰ ਅਰਸਹ ਪੁਰਸਹ ਝਟੀਐ। ਤੋਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ। ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ। ਤਾਰਹ ਤਾਰਨ ਹਾਰੇ, ਮਾਤ ਗਰਭ ਮਹਿ ਆਪਨ ਸਿਮਰਨ ਦੇ। ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ। ਤਾਰਹ ਤਾਰਨ ਹਾਰੇ, ਮਾਤਾ ਤੂੰ ਠਾਕੁਰ ਸਿਰ ਮੋਰਾ। ਈਹਾ ਓਹਾ ਤੁਹਾਰੋ ਤੋਰਾ ਰਹਾਉ। ਕੀਤੇ ਕਉ ਮੇਰੇ ਸਮਾਨੈ, ਕਰਨਹਾਰ ਤ੍ਰਿਣ ਜਾਣੈ।
ਦਾਤਾ ਮੰਗਨ ਕਉ ਸਗਲੀ ਦਾਨ ਦੇਹ ਪ੍ਰਭ ਭਾਨੈ ਖਿਨ ਮਹਿ ਅਵਰ ਖਿਨੇ ਮਹਿ ਅਵਰਾ ਆਚਰਜ ਚਲਤ ਤੁਮਾਰੇ ਰੂੜਾ ਗੂੜਾ ਗਹਿਰ ਗੰਭੀਰਾ ਊਚਾ ਅਗਮ ਅਪਾਰੇ ਸਾਧ ਸੰਗ ਜਾਓ ਤੁਮਹਿ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਾਧ ਸੰਗਤ ਜਾਓ ਤੁਮਹਿ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਆਵਗਣ ਨਾ ਵਿਚਾਰੋ ਕੋਈ ਮਾਟੀ ਕਹਾ ਕਿਆ ਧੋਪੈ ਸੁਆਮੀ ਮਾਨਸ ਕੀ ਗਾਤ ਏਹੀ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਾਤ ਏਹੀ ਸਤਨਾਮ ਵਾਹਿਗੁਰੂ ਸਾਹਿਬ ਜੀ। ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਨ ਚੰਦਨ ਹੈ ਨਹਿ ਸੀਤਲੰ ਸੀਤਰਤੇਣ ਨਾਨਕ ਸੀਤਲੰ ਸਾਧ ਸਵਜਨ ਹੈ ਨਹਿ ਸੀਤਲੰ ਚੰਦਰ ਦੇਵ ਨਹਿ ਸੀਤਲੰ ਬਾਵਨ ਚੰਦਨ ਹੈ ਨਹਿ ਸੀਤਲੰ ਸੀਤਰਤੇਣ ਨਾਨਕ ਸੀਤਲੰ ਸਾਧ ਸਵਜਨ ਹੈ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ ਗਿਆਨੰ ਸਮ ਦੁਖ ਸੁਖੰ ਜਗਤ ਨਿਰਮਲ ਨਿਰਵੈਰਣ ਹੈ ਦਇਆਲੰ ਸਰਬਤਰ ਜੀਆ
ਪੰਚ ਦੋਖ ਵਿਵਰਜਤ ਹੈ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਉਪਦੇਸੰ ਸਾਮ ਮਿੱਤਰ ਸਤਰਹ ਭਗਵੰਤ ਭਗਤ ਭਾਵਨੀ। ਪਾਰ ਨਿੰਦਿਆ ਨਹਿ ਸਰੋਤ ਸ਼ਰਵਣੰ ਆਪ ਤਿਆਗ ਸਗਲ ਰੇਣੁਕੈ। ਖਟ ਲਖਿਆਣ ਪੂਰਣੰ ਪੁਰਖੈ ਨਾਨਕ ਨਾਮ ਸਾਧ ਸਵਜਨੈ। ਪਰ ਨਿੰਦਾ ਨਹਿ ਸਰੋਤ ਸ਼ਰਵਣੰ ਆਪ ਤਿਆਗ ਸਗਲ ਰੇਣੁਕੈ। ਖਟ ਲਖਿਆਣ ਪੂਰਣੰ ਪੁਰਖੈ ਨਾਨਕ ਨਾਮ ਸਾਧ ਸਵਜਨੈ। ਚਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤ ਸੰਗੀ ਜਨੋ, ਵਡਭਾਗੇ ਹਾਂ ਪਾਤਸ਼ਾਹ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਸਦਕਾ ਜੋ ਪਾਵਨ ਅਸਥਾਨ ਤੋਂ ਲੜੀਵਾਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ, ਜੁੜਨ ਦਾ ਯਤਨ ਕਰੀਏ। ਮਨ ਬਿਰਤੀਆਂ ਨੂੰ ਸਤਿਗੁਰੂ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਹੋਇਆਂ ਅਦਭੁਤ ਸਤਿਕਾਰ ਸਹਿਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੀ ਉਚਾਰਨ ਕੀਤੀ ਗੁਰਬਾਣੀ ਸਹਿਸਕ੍ਰਿਤੀ, ਜਿਸ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਪਿਛਲੇ ਦੀਵਾਨਾਂ ਤੋਂ। ਮਹਾਰਾਜ ਜੀਆਂ ਨੇ ਅੱਜ ਦਾ ਜੋ ਪਾਵਨ ਬਚਨ ਰਹਿਮਤ ਕਰਕੇ ਸਾਡੀ ਝੋਲੀ ਵਿੱਚ ਪਾਇਆ ਏ, ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੇਖੋ, ਦਿਨ ਦੇ ਵੇਲੇ ਭਾਵੇਂ ਜਿੰਨੀ ਗਰਮੀ ਮਰਜ਼ੀ ਹੋਵੇ, ਪਰ ਰਾਤ ਦੀ ਤਾਸੀਰ ਕਹਿੰਦੇ ਠੰਡੀ ਹੁੰਦੀ ਹੈ। ਭਾਵ ਜਿਵੇਂ ਸੂਰਜ ਹੈ, ਸੂਰਜ ਦਿਨ ਵੇਲੇ ਤਪਸ਼ ਪੈਦਾ ਕਰਦਾ ਏ, ਗਰਮੀ ਪੈਦਾ ਕਰਦਾ ਏ, ਤੇ ਉਹਦੇ ਤੋਂ ਉਲਟ, ਉਹਦੇ ਤੋਂ ਵਿਰੋਧੀ ਚੰਦਰਮਾ ਆ ਜਾਂਦਾ ਏ, ਤੇ ਚੰਦਰਮਾ ਕਹਿੰਦੇ ਰਾਤ ਨੂੰ ਠੰਡਕ ਕਰ ਦਿੰਦਾ ਏ। ਇਸੇ ਤਰ੍ਹਾਂ ਕਹਿੰਦੇ ਸੰਸਾਰ ਦੇ ਵਿੱਚ ਸਭ ਤੋਂ ਜੇਕਰ ਠੰਡਾ ਦਰਖਤ ਹੈ ਤੇ ਉਹ ਹੈ ਚੰਦਨ ਦਾ। ਆਪਾਂ ਦੇਖਦੇ ਆ ਨਾ ਕਿ ਚੰਦਨ ਦਾ ਲੇਪ ਵੀ ਕੀਤਾ ਜਾਂਦਾ ਏ। ਹਿੰਦੂ ਵੀਰ ਆਪਣੇ ਮੱਥੇ ਦੇ ਉੱਤੇ ਚੰਦਨ ਨੂੰ ਰਗੜ ਕੇ ਉਹਦਾ ਲੇਪ ਬਣਾ ਕੇ ਆਪਣੇ ਮੱਥੇ ਤੇ ਲਾਉਂਦੇ ਨੇ ਕਿ ਇਹਦੇ ਨਾਲ ਦਿਮਾਗ ਠੰਡਾ ਰਵੇ, ਸਿਰ ਜਿਹੜਾ ਏ ਉਹ ਠੰਡਾ ਰਵੇ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਕਿਸੇ ਨੇ ਇਹ ਤਜਰਬਾ ਲਾ ਲਿਆ ਕਿ ਰਾਤ ਦੇ ਸਮੇਂ ਸੂਰਜ ਠੰਡਕ ਦਿੰਦਾ ਏ, ਚੰਦਰਮਾ ਠੰਡਕ ਦਿੰਦਾ ਏ। ਕਿਸੇ ਨੇ ਇਹ ਅੰਦਾਜ਼ਾ ਲਾ ਲਿਆ
ਕਿ ਚੰਦਨ ਦਾ ਲੇਪ ਲਾਉਣ ਦੇ ਨਾਲ, ਚੰਦਨ ਦੀ ਲੱਕੜ ਨੂੰ ਘਸਾ ਕੇ ਲਾਉਣ ਦੇ ਨਾਲ ਮੱਥੇ ਤੇ ਠੰਡਕ ਆ ਜਾਂਦੀ। ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਬਾਹਰ ਦੀਆਂ ਗੱਲਾਂ ਨੇ। ਗਰਮੀ ਦੇ ਵਿੱਚ ਆਪਣੇ ਸਰੀਰ ਨੂੰ ਠੰਡਕ ਵਾਲੇ ਪਾਸੇ ਲੈ ਜਾਣਾ, ਏਸੀ ਵਾਲੇ ਰੂਪ ਦੇ ਵਿੱਚ ਲੈ ਜਾਣਾ, ਉਹਦੇ ਨਾਲ ਅੰਦਰ ਨੂੰ ਠੰਡਕ ਨਹੀਂ ਪਹੁੰਚਦੀ। ਅੰਦਰ ਅਜੇ ਵੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਰਿਹਾ ਹੈ। ਬਾਹਰ ਭਾਵੇਂ ਲੱਖਾਂ ਹੀ ਯਤਨ ਕਰ ਲਏ ਨੇ, ਕਈ ਤਰ੍ਹਾਂ ਦੇ ਹੀਲੇ ਕਰ ਲਏ ਨੇ, ਪਰ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਭਾਈ ਇੱਕ ਗੱਲ ਯਾਦ ਰੱਖਿਓ, ਨਹਿ ਸੀਤਲੰ ਚੰਦਰ ਦੇਵ ਨਹਿ। ਹਜ਼ੂਰ ਜੀ ਕਹਿੰਦੇ ਅੰਦਰ ਨੂੰ ਚੰਦਰਮਾ ਵੀ ਠੰਡਕ ਨਹੀਂ ਦੇ ਸਕਦਾ। ਬਾਹਰੀ ਤੌਰ ਤੇ ਰਾਤ ਠੰਡੀ ਹੋ ਸਕਦੀ ਹੈ, ਸਰੀਰ ਨੂੰ ਠੰਡਕ ਪਹੁੰਚ ਸਕਦੀ ਹੈ, ਮਹਿਸੂਸ ਕਰ ਸਕਦੇ ਹਾਂ ਕਹਿੰਦੇ, ਪਰ ਅੰਦਰ ਦੀ ਠੰਡਕ ਜਿਹੜੀ ਹੈ ਉਹ ਚੰਦਰਮਾ ਵੀ ਨਹੀਂ ਦੇ ਸਕਦਾ। ਨਹਿ ਸੀਤਲੰ ਬਾਵਨ ਚੰਦਨੈ, ਕਹਿੰਦੇ ਨਾ ਹੀ ਸਰੀਰ ਨੂੰ ਬਾਵਨ ਚੰਦਨ ਇਹ ਠੰਡਕ ਪਹੁੰਚਾ ਸਕਦਾ ਹੈ। ਭਾਵੇਂ ਇਹਦੇ ਜਿੰਨੇ ਮਰਜ਼ੀ ਲੇਪ ਕਰ ਲਓ, ਜਿੰਨਾ ਮਰਜ਼ੀ ਚੰਦਨ ਨੂੰ ਆਪਣੇ ਮਸਤਕ ਤੇ ਲਾ ਲਓ, ਆਪਣੇ ਮੱਥੇ ਤੇ ਲਾ ਲਓ, ਅੰਦਰੋਂ ਤੇ ਸਰੀਰ ਜਿਹੜਾ ਉਹ ਤਪਦਾ ਹੀ ਹੈ। ਅੰਦਰ ਦੀ ਅਵਸਥਾ ਜਿਹੜੀ ਹੈ ਉਹ ਅਜੇ ਵੀ ਕਹਿੰਦੇ ਕ੍ਰੋਧ ਵਾਲੀ ਹੈ, ਅਜੇ ਵੀ ਉਹ ਪਿਆਰ ਵਾਲੀ ਨਹੀਂ ਹੈ, ਅਜੇ ਵੀ ਉਹ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਦਰ ਅਜੇ ਵੀ ਇਹਦੇ ਕ੍ਰੋਧ ਹੈ, ਵਿਕਾਰ ਹਨ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨਹਿ ਸੀਤਲੰ ਸੀਤ ਰੁਤੇਣ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ, ਕਹਿੰਦੇ ਸਭ ਤੋਂ ਜ਼ਿਆਦਾ ਠੰਡਕ ਇਨਸਾਨ ਜੇਕਰ ਮਾਰਦਾ ਹੈ ਕਹਿੰਦੇ ਕਿ ਉਹ ਹੈ ਸਿਆਲ ਦੇ, ਸਰਦੀ ਦੇ ਜਿਹੜੇ ਦਿਨ ਹੁੰਦੇ ਨੇ ਉਹਨਾਂ ਦੇ ਵਿੱਚ। ਮਹਾਰਾਜ ਜੀ ਕਹਿੰਦੇ ਪਰ ਹਾਂ ਇਹ ਤੋਂ ਵੀ ਕਹਿੰਦੇ ਨਹਿ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸੁਵਜਨੈ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਭਾਈ ਜੇਕਰ ਅਸਲ ਦੇ ਵਿੱਚ ਸੀਤ ਨੂੰ, ਅਸਲ ਦੇ ਵਿੱਚ ਠੰਡਕ ਨੂੰ ਮਹਿਸੂਸ ਕਰਨਾ ਹੋਵੇ ਤੇ ਉਹ ਸਾਧੂ ਜਨਾਂ ਦੇ ਪਾਸ ਜਾ ਕੇ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਆਨੰਦ ਮਾਣ, ਫਿਰ ਤੈਨੂੰ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਠੰਡਕ ਹੁੰਦੀ ਕੀ ਹੈ। ਕਿਉਂਕਿ ਬਾਹਰੀ ਤੌਰ ਦੇ ਉੱਤੇ ਆਪਣੇ ਆਪ ਨੂੰ ਇਨਸਾਨ ਇਹ ਸਮਝਦਾ ਹੈ ਕਿ ਸ਼ਾਇਦ ਇਹਨਾਂ ਯਤਨਾਂ ਦੇ ਨਾਲ ਮੇਰੇ ਸਰੀਰ ਨੂੰ ਅੰਦਰ ਨੂੰ ਵੀ ਠੰਡਕ ਪਹੁੰਚੇ। ਯਤਨ ਬਹੁਤ ਕੀਤੇ ਸੀ, ਜੋ ਜੋਗੀਆਂ ਨੇ, ਸਿੱਧਾਂ ਨੇ ਕਈ ਤਰ੍ਹਾਂ ਦੇ ਯਤਨ ਕੀਤੇ ਸੀ। ਉਹਨਾਂ ਇਹ ਸੋਚਿਆ ਸੀ ਕਿ ਸ਼ਾਇਦ ਸਾਡੇ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਸਰੀਰ ਨੂੰ, ਸਾਡੇ ਮਨ ਨੂੰ ਠੰਡਕ ਪਹੁੰਚ ਸਕਦੀ ਹੈ, ਸਰੀਰ ਨੂੰ ਠੰਡਕ ਪਹੁੰਚ ਸਕਦੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਬੇਨਤੀ ਕੀਤੀ ਸੀ ਭਾਈ ਇਹਨਾਂ ਕਾਰਜਾਂ ਦੇ ਨਾਲ ਤੁਹਾਡੇ ਮਨ ਨੂੰ ਕਦੇ ਵੀ ਠੰਡਕ ਨਹੀਂ ਪਹੁੰਚ ਸਕਦੀ। ਕਿਉਂਕਿ ਮਨ ਤੇ ਵਿਕਾਰਾਂ ਦੀ ਅੱਗ ਦੇ ਵਿੱਚ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਅਜੇ ਵੀ ਬੱਝਾ ਹੈ। ਤਾਂ ਹੀ ਤਾਂ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਨਤੀ ਕਰ ਰਹੇ ਨੇ ਭਾਈ ਕਿਸੇ ਨੇ ਮੱਥੇ ਤੇ ਚੰਦਨ ਦਾ ਲੇਪ ਲਾ ਲਿਆ, ਕੋਈ ਇਹ ਸਮਝਦਾ ਏ ਕਿ ਕਿਸੇ ਬਾਹਰੀ ਤੌਰ ਤੇ ਕਿਸੇ ਚੰਗੀ ਥਾਂ ਤੇ ਚਲੇ ਜਾਈਏ ਜਿੱਥੇ ਹਮੇਸ਼ਾ ਹੀ ਸਰੀਰ ਨੂੰ ਜਿਹੜੀ ਠੰਡ ਪਹੁੰਚੇ ਮਿਲੇ। ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਸਰੀਰ ਨੂੰ ਪਹੁੰਚ ਸਕਦੀ ਹੈ, ਮਨ ਨੂੰ ਨਹੀਂ ਪਹੁੰਚ ਸਕਦੀ। ਇਸ ਕਰਕੇ ਜੇਕਰ ਮਨ ਨੂੰ ਸ਼ਾਂਤ ਕਰਨਾ ਹੈ ਵਿਕਾਰਾਂ ਦੀ ਅੱਗ ਦੇ ਵਿੱਚੋਂ, ਤਾਂ ਕੀ ਕਰਨਾ ਪਵੇਗਾ? ਨਾਨਕ ਸੀਤਲੰ ਸਾਧ ਸੁਵਜਨੈ, ਕਹਿੰਦੇ ਸਾਧ ਜਨਾਂ ਦੀ ਸੰਗਤ ਦੇ ਵਿੱਚ ਜਾਣਾ ਕਰ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਧਾਰ ਕੇ ਰੱਖਿਆ ਹੋਇਆ ਹੈ। ਸੁਜਾਨ, ਸੂਝਵਾਨ, ਸੁਗੜ ਤੇ ਸਿਆਣੇ, ਕਹਿੰਦੇ ਉਹਨਾਂ ਦੀ ਸੰਗਤ ਵਿੱਚ ਇੱਕ ਵਾਰ ਜਾਣ ਦਾ ਯਤਨ ਕਰ, ਫਿਰ ਤੈਨੂੰ ਪਤਾ ਲੱਗੇਗਾ ਬਾਹਰ ਦੀ ਠੰਡਕ ਜ਼ਰੂਰੀ ਹੈ ਜਾਂ ਮਨ ਦੀ ਠੰਡਕ ਜ਼ਰੂਰੀ ਹੈ। ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੈ,
ਹੁਣ ਮਹਾਰਾਜ ਜੀ ਧੰਨ ਗੁਰੂ ਅਰਜਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਲੱਛਣ ਬਿਆਨ ਕਰ ਰਹੇ ਨੇ, ਉਹਨਾਂ ਦੀਆਂ ਵਿਸ਼ੇਸ਼ਤਾਈਆਂ ਬਿਆਨ ਕਰ ਰਹੇ ਨੇ। ਸਭ ਤੋਂ ਪਹਿਲਾਂ ਹਜ਼ੂਰ ਜੀ ਕਹਿੰਦੇ ਮੰਤਰ ਰਾਮ ਨਾਮ ਨਾਮੰ, ਕਿ ਉਹ ਵਾਹਿਗੁਰੂ ਪਰਮਾਤਮਾ ਜੀ ਦਾ ਮੰਤਰ ਜਿਹੜਾ ਏ ਆਪਣੀ ਰਸਨਾ ਤੋਂ ਹਮੇਸ਼ਾ ਹੀ ਜਪਦੇ ਰਹਿੰਦੇ ਨੇ। ਆਪਣੀ ਜ਼ੁਬਾਨ ਤੋਂ ਕਦੇ ਉਹ ਨਿੰਦਿਆ ਨਹੀਂ ਕਰਦੇ। ਉਹ ਤੇ ਇਹ ਸਮਝਦੇ ਨੇ ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਿਲਾਇਣ। ਇਹ ਰਸਨਾ ਹੀ ਜ਼ੁਬਾਨ ਸਦਾ ਹੀ ਪ੍ਰਮਾਤਮਾ ਦੇ ਗੁਣਾਂ ਨੂੰ ਤੂੰ ਗਾਇਆ ਕਰ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਿਲਾਇਣ। ਕਹਿੰਦੇ ਇਹਦੇ ਨਾਲ ਕੀ ਹੋਵੇਗਾ, ਜਿੰਨੇ ਵੀ ਸਰੀਰ ਦੇ ਦੁੱਖ ਹਨ ਉਹ ਦੁੱਖ ਦੂਰ ਹੋਣਗੇ। ਸਰੀਰ ਦੇ ਨਹੀਂ, ਮਨ ਦੇ ਵੀ ਕਹਿੰਦੇ ਇਹ ਦੁੱਖ ਦੂਰ ਹੋ ਜਾਣਗੇ। ਇਸ ਕਰਕੇ ਹਜ਼ੂਰ ਜੀ ਕਹਿੰਦੇ ਮੰਤਰ ਰਾਮ ਨਾਮ ਨਾਮੰ, ਉਹ ਤਾਂ ਮੰਤਰ ਪ੍ਰਮਾਤਮਾ ਜੀ ਦੇ ਰਾਮ ਦਾ ਨਾਮ ਦਾ ਜਿਹੜਾ ਉਹ ਮੰਤਰ ਜਪਦੇ ਰਹਿੰਦੇ ਨੇ। ਧਿਆਨੰ ਸਰਬੱਤਰ ਪੂਰਨ ਹੈ, ਕਹਿੰਦੇ ਧਿਆਨ ਹਰੇਕ ਦੇ ਵਿੱਚ ਰੱਖਦੇ ਨੇ। ਸਰਬੱਤਰ ਕਹਿੰਦੇ ਸਾਰਿਆਂ ਦੇ ਵਿੱਚ। ਇਹ ਕਹਿੰਦੇ ਨੇ ਕਿ ਪ੍ਰਮਾਤਮਾ ਹਰੇਕ ਜੀਵ ਦੇ ਵਿੱਚ, ਹਰੇਕ ਜਗ੍ਹਾ ਦੇ ਵਿੱਚ ਪੂਰਨ ਤੌਰ ਤੇ ਸਮਾਇਆ ਹੋਇਆ ਹੈ। ਉਹ ਅਕਾਲ ਪੁਰਖ ਕਦੇ ਵੀ ਕਿਸੇ ਤੋਂ ਦੂਰ ਨਹੀਂ ਹੈ। ਗਿਆਨੰ ਸਾਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੈ। ਤੇ ਉਹਨਾਂ ਨੂੰ ਇਹ ਵੀ ਗਿਆਨ ਹੈ, ਇਹ ਗਿਆਨ ਰੱਖਦੇ ਨੇ, ਸਮਝ ਰੱਖਦੇ ਨੇ। ਸਮ ਕਹਿੰਦੇ ਨੇ ਬਰਾਬਰ ਨੂੰ, ਦੁੱਖ ਸੁਖੰ ਕਹਿੰਦੇ ਉਹ ਦੁੱਖ ਅਤੇ ਸੁੱਖ ਨੂੰ ਬਰਾਬਰ ਕਰਕੇ ਜਾਣਦੇ ਨੇ। ਦੁੱਖ ਦੇ ਵਿੱਚ ਵੀ ਪ੍ਰਮਾਤਮਾ ਦਾ ਸ਼ੁਕਰਾਨਾ, ਸੁੱਖ ਦੇ ਵਿੱਚ ਵੀ ਪ੍ਰਮਾਤਮਾ ਦਾ ਹੀ ਸ਼ੁਕਰਾਨਾ ਕਰਦੇ ਨੇ। ਆਪਾਂ ਬਚਨ ਪੜ੍ਹਦੇ ਆ ਨਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਹਜ਼ੂਰ ਜੀ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ, ਤਿਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਹਜ਼ੂਰ ਜੀ ਕਹਿੰਦੇ ਭਾਈ ਇਹ ਉਹਨਾਂ ਦੀ ਅਵਸਥਾ ਏ, ਨਾਨਕ ਲੀਨ ਭਇਓ ਗੋਬਿੰਦ ਸਿਉ। ਉਹਨਾਂ ਜਗਿਆਸੂਆਂ ਦੀ ਅਵਸਥਾ ਏ ਜਿਹੜੇ ਪ੍ਰਮਾਤਮਾ ਦੇ ਵਿੱਚ ਹੀ ਲੀਨ ਹੋ ਗਏ। ਕਿਵੇਂ? ਜਿਉ ਪਾਨੀ ਸੰਗ ਪਾਨੀ। ਕਹਿੰਦੇ ਪਾਣੀ ਦਾ ਕੋਈ ਗਲਾਸ ਕਿਸੇ ਬਾਲਟੀ ਭਰੀ ਪਾਣੀ ਵਿੱਚ ਪਾ ਦਿਓ, ਜਾਂ ਕਿਸੇ ਸਮੁੰਦਰ ਦੇ ਵਿੱਚ ਥੋੜਾ ਜਿਹਾ ਪਾਣੀ ਕਹਿੰਦੇ ਰਲਾ ਦਿਓ, ਉਹ ਇੱਕ ਰੂਪ ਹੀ ਹੋ ਜਾਂਦੇ ਨੇ। ਜੇਕਰ ਕਹੀਏ ਇਹ ਕਿਹਾ ਜਾਵੇ ਕਿ ਜਿਹੜਾ ਪਾਣੀ ਇਹਦੇ ਵਿੱਚ ਪਾਇਆ ਇਹਨੂੰ ਕੱਢਿਆ ਜਾਵੇ, ਉਹ ਬਾਹਰ ਨਹੀਂ ਕੱਢਿਆ ਜਾ ਸਕਦਾ। ਕਿਉਂ? ਕਿਉਂਕਿ ਉਹਦੇ ਵਿੱਚ ਹੀ ਮਿਲ ਗਿਆ ਏ, ਉਹਦੇ ਵਿੱਚ ਹੀ ਸਮਾ ਗਿਆ ਏ। ਇਸ ਕਰਕੇ ਹਜ਼ੂਰ ਜੀ ਕਹਿੰਦੇ ਨੇ ਗਿਆਨੰ ਸਮ ਦੁੱਖ ਸੁਖੰ। ਕਹਿੰਦੇ ਉਹ ਗਿਆਨ ਰੱਖਦੇ ਨੇ ਕਿ ਸਰੀਰ ਦੇ ਉੱਤੇ ਦੁੱਖ ਤੇ ਸੁੱਖ ਇਹ ਸਮ ਕਰਕੇ ਆਉਣੇ ਹੀ ਨੇ, ਬਰਾਬਰ ਆਉਣੇ ਨੇ। ਜੁਗਤ ਨਿਰਮਲ ਨਿਰਵੈਰਣੈ। ਕਹਿੰਦੇ ਉਹਨਾਂ ਨੂੰ ਇਹ ਜੁਗਤੀ ਹੈ, ਨਿਰਮਲ ਰਹਿੰਦੇ ਨੇ, ਨਿਰਵੈਰਣੈ, ਕਿਸੇ ਦੇ ਨਾਲ ਉਹਨਾਂ ਦਾ ਵੈਰ ਨਹੀਂ ਹੈ। ਕਿਉਂ? ਕਿਉਂਕਿ ਪ੍ਰਮਾਤਮਾ ਆਪ ਨਿਰਵੈਰ ਹੈ। ਪ੍ਰਮਾਤਮਾ ਆਪ ਕਿਸੇ ਦਾ ਵੈਰ ਨਹੀਂ ਵਾਹਿਗੁਰੂ ਕਿਸੇ ਨਾਲ ਰੱਖਦਾ, ਕਿਸੇ ਨੂੰ ਦੁੱਖ ਨਹੀਂ ਪਹੁੰਚਾਉਂਦਾ। ਤੇ ਉਹ ਪ੍ਰਮਾਤਮਾ ਆਪ ਵੀ ਨਿਰਮਲ ਹੈ, ਮੈਲ ਤੋਂ ਰਹਿਤ ਹੈ। ਇਸ ਕਰਕੇ ਦਇਆਲੰ ਸਰਬਤਰ ਜੀਆ, ਪੰਚ ਦੋਖ ਬਿਵਰਜਤੈ। ਤੇ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਇਆ ਦਾ ਸੋਮਾ ਹੈ, ਸਾਰਿਆਂ ਤੇ ਦਇਆ ਕਰਨ ਵਾਲਾ ਹੈ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਹੀ ਉਹਦੇ ਪਿਆਰੇ, ਉਹਨੂੰ ਸੇਵਣ ਵਾਲੇ, ਉਹਨੂੰ ਸਿਮਰਨ ਵਾਲੇ, ਉਹਨੂੰ ਆਰਾਧਨ ਵਾਲਿਆਂ ਦਾ ਕੀ ਦਇਆਲੰ ਸਰਬਤਰ ਜੀਆ, ਉਹਨਾਂ ਦਾ ਹਿਰਦਾ ਵੀ ਦਇਆਲਤਾ ਵਾਲਾ ਹੈ।
ਸਰਬੱਤਰ ਜੀਆ ਸਾਰਿਆਂ ਜੀਵਾਂ ਤੇ ਕਹਿੰਦੇ ਉਹ ਦਇਆ ਦੀ ਨਿਗਾਹ ਦੇ ਨਾਲ ਵੇਖਦੇ ਨੇ। ਇੱਕ ਸਮਾਨ ਕਹਿੰਦੇ ਉਹ ਪਿਆਰ ਦੀ ਨਿਗਾਹ ਦੇ ਨਾਲ ਵੇਖਦੇ ਨੇ। ਪੰਜ ਦੋਖ ਵਿਵਰਜਿਤ ਹੈ। ਪੰਜ ਦੋਖ ਨੇ ਜਿਹੜੇ, ਪੰਜ ਵਿਕਾਰ ਨੇ ਜਿਹੜੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਵਿਵਰਜਿਤ ਹੈ। ਕਹਿੰਦੇ ਇਹਨਾਂ ਨੇ ਇਹ ਵਰਜੇ ਹੋਏ ਨੇ, ਭਾਵ ਕਿ ਆਪਣੇ ਸਰੀਰ ਦੇ ਕੋਲ ਨਹੀਂ ਇਹ ਆਉਣ ਦਿੰਦੇ, ਆਪਣੇ ਦਿਮਾਗ ਦੇ ਵਿੱਚ ਨਹੀਂ ਇਹ ਆਉਣ ਦਿੰਦੇ, ਆਪਣੀ ਸੁਰਤ ਦੇ ਵਿੱਚ ਇਹ ਨਹੀਂ ਆਉਣ ਦਿੰਦੇ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਦੋ ਤਰ੍ਹਾਂ ਦਾ ਭੋਜਨ ਹੈ। ਇੱਕ ਬਾਹਰੀ ਤੌਰ ਤੇ ਸਰੀਰ ਨੂੰ ਪਹੁੰਚਾਉਂਦੇ ਆ ਜੋ ਉਹ ਪ੍ਰਸ਼ਾਦਾ ਹੈ, ਤੇ ਦੂਜਾ ਭੋਜਨ ਆਤਮਾ ਦਾ ਗਿਆਨ ਹੈ, ਉਹ ਹੈ ਪਰਮਾਤਮਾ ਜੀ ਦਾ ਨਾਮ। ਕਿਉਂਕਿ ਜੇਕਰ ਸਰੀਰ ਨੂੰ ਭੁੱਖ ਲੱਗਦੀ ਹੈ ਤੇ ਮਨ ਨੂੰ ਵੀ ਪਰਮਾਤਮਾ ਦੇ ਨਾਮ ਦੀ ਭੁੱਖ ਲੱਗਦੀ ਹੈ। ਇਸੇ ਕਰਕੇ ਆਪਾਂ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੇ ਆ, ਉੱਥੇ ਦੋਵੇਂ ਇਹ ਪ੍ਰਸਾਦ ਸਾਨੂੰ ਮਿਲਦੇ ਨੇ। ਵੈਸੇ ਹਰੇਕ ਗੁਰੂ ਘਰ ਦੇ ਵਿੱਚ ਹੀ ਹੈ, ਜਿੱਥੇ ਸਰੀਰ ਦਾ ਭੋਜਨ ਮਿਲਦਾ ਹੈ ਉੱਥੇ ਆਤਮਾ ਦਾ ਭੋਜਨ ਵੀ ਮਿਲਦਾ ਹੈ। ਧੰਨ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਜਿਸ ਟਾਈਮ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾਈ, ਸਭ ਤੋਂ ਪਹਿਲਾਂ ਇਹ ਦੋ ਹਜ਼ੂਰ ਜੀ ਨੇ ਕਾਰਜ ਜਿਹੜੇ ਇਹ ਆਰੰਭ ਕੀਤੇ ਸੀ, ਨਾਲ ਨਾਲ ਚਲਾਏ ਸੀ। ਕਹਿੰਦੇ ਜਿੱਥੇ ਸਰੀਰ ਨੂੰ ਭੋਜਨ ਦੀ ਲੋੜ ਹੈ ਉੱਥੇ ਆਤਮਾ ਨੂੰ ਵੀ ਗਿਆਨ ਰੂਪੀ ਭੋਜਨ ਦੀ ਲੋੜ ਹੈ। ਇਹ ਨਹੀਂ ਕਿ ਇਕੱਲਾ ਪ੍ਰਸ਼ਾਦਾ ਪਾਣੀ ਛਕ ਕੇ ਤੇ ਗੁਰੂ ਘਰੋਂ ਤੁਸੀਂ ਚਲੇ ਜਾਵੋ, ਜਾਂ ਇਹ ਵੀ ਨਹੀਂ ਕਿ ਭੁੱਖਿਆਂ ਰਹਿ ਕੇ ਪ੍ਰਮਾਤਮਾ ਦੀ ਭਗਤੀ ਕਰੀ ਜਾਓ। ਹਜ਼ੂਰ ਜੀ ਨੇ ਤੇ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਪੜ੍ਹਦੇ ਆ ਨਾ, ਭੁੱਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ। ਕਹਿੰਦੇ ਭੁੱਖਿਆਂ ਭਗਤੀ ਵੀ ਨਹੀਂ ਕੀਤੀ ਜਾ ਸਕਦੀ। ਜਿਸ ਟਾਈਮ ਦੇ ਉੱਤੇ ਸਾਡੇ ਸਰੀਰ ਨੂੰ ਭੋਜਨ ਦੀ ਲੋੜ ਹੈ, ਕਹਿੰਦੇ ਸਰੀਰ ਨੂੰ ਭੋਜਨ ਦਿਓ, ਆਤਮਾ ਨੂੰ ਭੋਜਨ ਦੀ ਲੋੜ ਹੈ, ਤੇ ਆਤਮਾ ਨੂੰ ਵੀ ਗਿਆਨ ਰੂਪੀ ਭੋਜਨ ਨੂੰ ਦੇਣਾ ਚਾਹੀਦਾ ਹੈ। ਇਸ ਕਰਕੇ ਹਜ਼ੂਰ ਜੀ ਕਹਿੰਦੇ ਨੇ ਭੋਜਨੰ ਗੋਪਾਲ ਕੀਰਤਨੰ, ਉਹਨਾਂ ਦਾ ਭੋਜਨ ਜਿਹੜਾ ਹੈ ਉਹ ਪਰਮਾਤਮਾ ਜੀ ਦਾ ਕੀਰਤਨ ਹੈ। ਗੋਪਾਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੀਰਤਨ ਹੈ। ਅਲਪ ਮਾਇਆ ਜਲ ਕਮਲ ਰਹਿਤ ਹੈ। ਕਹਿੰਦੇ ਨੇ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਨੇ। ਇਉਂ ਨਿਰਲੇਪ ਰਹਿੰਦੇ ਨੇ ਜਿਵੇਂ ਜਲ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ ਹੈ ਉਹ ਚਿੱਕੜ ਦੇ ਵਿੱਚ ਹੈ, ਪਰ ਕਹਿੰਦੇ ਰਹਿੰਦਾ ਉਹ ਨਿਰਲੇਪ ਹੈ। ਉਪਦੇਸੰ ਸਮ ਮਿੱਤਰ ਸਤਰਹਿ ਹੈ, ਭਗਵੰਤ ਭਗਤ ਭਾਵਨੀ। ਤੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰੇ ਉਪਦੇਸ਼ ਸਾਰਿਆਂ ਨੂੰ ਸਾਂਝਾ ਦਿੰਦੇ ਨੇ। ਮਿੱਤਰ ਆ ਜੇ ਉਹਨੂੰ ਵੀ ਉਹੀ ਉਪਦੇਸ਼ ਹੈ, ਸਤਰ ਆ ਜੇ ਦੁਸ਼ਮਣ ਆ ਜੇ ਉਹਨੂੰ ਵੀ ਉਹੀ ਉਪਦੇਸ਼। ਭਗਤ ਭਗਵੰਤ ਭਗਤ ਭਾਵਨੀ, ਭਾਈ ਪਰਮਾਤਮਾ ਜੀ ਦੇ ਨਾਲ ਪ੍ਰੇਮ ਪਾਓ, ਪਰਮਾਤਮਾ ਜੀ ਦੀ ਭਗਤੀ ਕਰਿਆ ਕਰੋ। ਪਰ ਨਿੰਦਾ ਨਹਿ ਸਰੋਤ ਸ਼ਰਵਣੰ, ਆਪ ਤਿਆਗ ਸਗਲ ਰੇਣੁਕੈ। ਹਜ਼ੂਰ ਜੀ ਕਹਿੰਦੇ ਉਹ ਤੇ ਪਰ ਨਿੰਦਾ, ਪਰਾਈ ਨਿੰਦਿਆ ਆਪਣੇ ਕੰਨਾਂ ਦੇ ਨਾਲ ਨਹਿ ਸਰੋਤ ਸ਼ਰਵਣੰ, ਉਹ ਸੁਣਦੇ ਨਹੀਂ ਹੈ, ਨਾ ਹੀ ਨਿੰਦਿਆ ਕਰਦੇ ਨੇ, ਨਾ ਹੀ ਨਿੰਦਿਆ ਸੁਣਦੇ ਨੇ। ਹਜ਼ੂਰ ਜੀ ਕਹਿੰਦੇ ਆਪ ਤਿਆਗ ਸਗਲ ਰੇਣੁਕੈ, ਉਹ ਤੇ ਆਪਣੇ ਆਪ ਨੂੰ ਮਿਟਾ ਕੇ, ਭਾਵ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਇਹ ਕਹਿੰਦੇ ਨੇ ਕਿ ਅਸੀਂ ਸਾਰਿਆਂ ਦੀ ਚਰਨਾਂ ਦੀ ਧੂੜ ਆ, ਅਸੀਂ ਸਾਰਿਆਂ ਦੇ ਚਰਨਾਂ ਨੂੰ ਨਮਸਕਾਰ ਕਰਦੇ ਹਾਂ। ਖਟ ਲਖਣ ਪੂਰਣੰ ਪੁਰਖੈ, ਨਾਨਕ ਨਾਮ ਸਾਧ ਸਵਜਨੈ। ਕਹਿੰਦੇ ਸਾਧੂ ਜਨਾਂ ਦੇ ਭਾਈ ਇਹ 6 ਲੱਛਣ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਉਹ ਧਾਰਨ ਕਰਕੇ ਰੱਖਦੇ ਨੇ, ਆਪਣੇ ਜੀਵਨ ਦੇ ਵਿੱਚ ਉਹ ਹਮੇਸ਼ਾ ਹੀ ਧਾਰਨ ਕਰਕੇ ਰੱਖਦੇ ਨੇ। ਨਾਨਕ ਨਾਮ ਸਾਧ ਸਵਜਨੈ। ਇਸ ਕਰਕੇ ਕਹਿੰਦੇ ਭਾਈ ਉਹਨਾਂ ਨੂੰ ਅਸੀਂ ਸਾਧ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਹੈ, ਜਿਨ੍ਹਾਂ ਨੇ ਪਰਮਾਤਮਾ ਜੀ ਦੇ ਨਾਮ ਦੇ ਨਾਲ ਪਿਆਰ ਪਾ ਲਿਆ ਹੈ। ਹਜ਼ੂਰ ਜੀ ਕਹਿੰਦੇ ਉਹਨਾਂ ਦਾ ਜੀਵਨ ਜਿਹੜਾ ਹੈ
ਉਹ ਸੁਹੇਲਾ ਹੋ ਗਿਆ ਹੈ, ਸਫਲ ਹੋ ਗਿਆ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਜੋ ਪਾਵਨ ਬਚਨ ਮਹਾਰਾਜ ਜੀਆਂ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਪਿਆਰਿਆਂ ਲਈ ਵਰਤੇ ਨੇ, ਕਿ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਨਾ ਤੇ ਬਹੁਤਾ ਕਿਸੇ ਦੇ ਨਾਲ ਬੋਲਦੇ ਨੇ, ਨਾ ਆਪਣੇ ਆਪ ਨੂੰ ਜਤਾਉਂਦੇ ਨੇ। ਇਹੀ ਬੇਨਤੀ ਕਰੀਏ ਕਿ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਵੀ ਲੈ ਕੇ ਆਈਏ, ਤਾਂ ਜੋ ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕੇ। ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।